सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच डंडौत बंधन अनक बार सर्व कला समरथ डोलन ते रखो प्रभु नानक दे कर हथ डोलन ते रखो प्रभु नानक दे कर हथ। परम सन्मान योग गुरु रूप साध संगत जीओ, कुछ समा गुरु के विचारां आप जी नूं सरवण करा सकां उस तो पहले 10वें पातशाह की बख्शिश की हुई पावन पवित्र फतेह सनिमर प्रवान करनी। वाहिगुरु जी का खालसा वाहिगुरु जी की फतेह। गुरु ग्रंथ साहब महाराज दे विच आए होए जीव जंतुआं दी पशु पंछियां दी विचार दास ने आरंभ की है। प्रथम कीड़ी, फिर कुकर, कल अपने घोड़े की विचार सरवण की है। चौथे नंबर ते गुरु ग्रंथ साहब दे विच गुरु नानक सच्चे पातशाह श्री राग दे अंदर हीरन का जिक्र करते हैं। हीरन दे प्रथाएं गुरु नानक सच्चे पातशाह की जो पहली पंक्ति गुरु ग्रंथ साहब दे विच है, फाही फाते मिरग ज्यों दुख गणो नित रोए। गुरु नानक साहब हीरन दे बहुत सारे नाम गुरु ग्रंथ साहब दे विच आए हैं। जैसे हीरन मिरग, मृग, मिरगां, मिरगाए, इस तरह होर नाम आए हैं। मिरगाहे, मिर्गी नाम भी हीरन वास्ते आया है। मिरग गग्गे नूं औंकड़ करके भी हीरन का नाम गुरु ग्रंथ साहब विच आया है। कुरंक हीरन नूं कहंदे ने, कुरंका ये भी हीरन नूं कहंदे ने। कुरकह करके भी हीरन का नाम गुरु ग्रंथ साहब दे विच आया है। बहुत सारे नाम सतगुरां ने हीरन दे, तकरीबन कोई 10-11 नाम हीरन दे गुरु ग्रंथ साहब दे विच आए हैं। हीरन बहुत ही खूबसूरत जानवर है और बड़ा चंचल जानवर है, सुचेत जानवर है। सुनन की शक्ति इसकी जड़ी है ना, वो बड़ी तेज है। मीलों तक की आवाज़ नूं भी सुन सकता है। कन बड़े तेज आउंदे ने इसदे। हीरन दियां अखां बड़ियां खूबसूरत होंदियां ने। कवि लोग, गायक लोग जिहड़े गीत लिखते हैं, हीरन की अख का कई बार वो खूबसूरती दे विच जिक्र करते हैं। हीरन की नज़र बड़ी तेज आती है। दूर तो ही अपने दुश्मन नूं देख लैंदा है।
ਇਹਦੀ ਜਿਹੜੀ ਦੌੜਨ ਦੀ ਸਪੀਡ ਹੈ ਉਹ ਤਕਰੀਬਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੇ ਦੌੜ ਸਕਦਾ ਹੈ। ਦੁਸ਼ਮਣ ਕੋਲੋਂ ਬਚਣ ਵਾਸਤੇ ਛਲਾਂਗ ਬਹੁਤ ਲੰਬੀ ਲਾ ਲੈਂਦਾ ਹੈ, ਤਕਰੀਬਨ ਕੋਈ 10 ਤੋਂ 12 ਫਿਟ ਲੰਬੀ ਛਲਾਂਗ ਇੱਕੋ ਵਾਰੀ ਲਾ ਲੈਂਦਾ ਵਾ। ਹਿਰਨ ਦੀਆਂ ਕਈ ਕਿਸਮਾਂ ਹਿੰਦੁਸਤਾਨ ਦੇ ਵਿੱਚ, ਵਿਦੇਸ਼ੀ ਧਰਤੀਆਂ 'ਤੇ, ਠੰਡੇ ਇਲਾਕਿਆਂ ਦੇ ਵਿੱਚ, ਗਰਮ ਇਲਾਕਿਆਂ ਦੇ ਵਿੱਚ ਹਿਰਨ ਦੀਆਂ ਕਈ ਕਿਸਮਾਂ ਮਿਲਦੀਆਂ ਨੇ। ਹੋਰ ਵੀ ਕਈ ਇਹਨਾਂ ਦੇ ਨਾਮ ਮਸ਼ਹੂਰ ਨੇ। ਚੀਤਲ ਹੈ, ਸਾਂਬਰ ਹੈ, ਇਹ ਸਭ ਹਿਰਨ ਦੀ ਕੈਟੇਗਰੀ ਦੇ ਵਿੱਚ ਆ ਜਾਂਦੇ ਨੇ। ਔਰ ਇਸ ਦੀ ਚਾਲ ਬੜੀ ਸੋਹਣੀ ਹੈ, ਮਧੁਰਾਲੀ ਚਾਲ ਹੈ ਇਸ ਦੀ। ਇਹਦੀ ਚਾਲ ਦਾ ਵੀ ਕਈ ਵਾਰੀ ਕਵੀ ਲੋਕ ਜੋ ਹਨ ਜ਼ਿਕਰ ਕਰਦੇ ਹਨ। ਹਿਰਨ ਇੱਕ ਝੁੰਡ ਦੇ ਵਿੱਚ ਰਹਿਣ ਵਾਲਾ ਸਮਾਜਿਕ ਜਾਨਵਰ ਹੈ, ਇਕੱਠਾ ਰਹਿਣ ਵਾਲਾ। 30, 40, 50 ਦੇ ਝੁੰਡ ਦੇ ਵਿੱਚ ਇਕੱਠਾ ਰਹਿੰਦਾ ਹੈ। ਇੱਕ ਜਿਹੜਾ ਇਸ ਦਾ ਝੁੰਡ ਹੁੰਦਾ ਹੈ ਨਾ, ਉਹਦਾ ਇੱਕ ਸਰਦਾਰ ਹੁੰਦਾ ਹੈ, ਉਹਦੇ ਪਿੱਛੇ ਸਾਰੇ ਚੱਲਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਦਾ ਬੜਾ ਸੋਹਣਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਮਨੁੱਖ ਨੂੰ ਵੀ ਹਿਰਨ ਕੋਲੋਂ ਸਿੱਖਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਹਿਰਨ ਆਪਣੇ ਆਗੂ ਦੇ ਪਿੱਛੇ ਚੱਲਦੇ ਨੇ, ਜਿਹੜਾ ਝੁੰਡ ਦਾ ਵੱਗ ਦਾ ਸਰਦਾਰ ਹੁੰਦਾ ਨਾ, ਉਹਦੇ ਪਿੱਛੇ ਚੱਲਦੇ ਹਨ ਸਾਰੇ। ਭਾਈ ਸਾਹਿਬ ਨੇ ਇਸ ਦਾ ਜ਼ਿਕਰ ਕੀਤਾ ਹੈ ਕਿ ਜੈਸੇ ਮ੍ਰਿਗ ਮਾਲ ਚਾਲ ਚਲਤ ਟਲਤ ਨਾਹੇ, ਜਤਰ ਤਤਰ ਅਗਰ ਭਾਗੀ ਆਗੇ ਅਗਵਾਨ ਹੈ। ਭਾਈ ਗੁਰਦਾਸ ਜੀ ਭਾਈ ਸਾਹਿਬ ਕਹਿੰਦੇ ਨੇ ਕਿ ਹਿਰਨ ਦੇ ਵਿੱਚ ਇੱਕ ਬਹੁਤ ਵੱਡੀ ਖੂਬੀ ਹੈ ਕਿ ਆਪਣੇ ਝੁੰਡ ਦਾ ਜੋ ਸਰਦਾਰ ਹੁੰਦਾ ਹੈ ਨਾ, ਉਹਦੇ ਪਿੱਛੇ ਸਾਰੇ ਚੱਲਦੇ ਨੇ। ਉਹ ਜਿਸ ਪਾਸੇ ਜਾਂਦਾ ਹੈ ਉੱਧਰ ਹੀ ਸਾਰੇ ਜਾਂਦੇ ਹਨ। ਇਹਨਾਂ ਵਿੱਚ ਇੱਕ ਖੂਬੀ ਹੈ। ਜਿਹੜਾ ਵੀ ਸਰਦਾਰ ਹੁੰਦਾ ਹੈ ਉਹ ਜਿਸ ਦਿਸ਼ਾ ਵਿੱਚ ਇਸ਼ਾਰਾ ਕਰਦਾ ਹੈ, ਜਿਸ ਪਾਸੇ ਉਹ ਜਾਂਦਾ ਹੈ, ਇਹ ਸਾਰੇ ਉਹਦੇ ਪਿੱਛੇ ਚੱਲ ਪੈਂਦੇ ਹਨ। ਭਾਈ ਸਾਹਿਬ ਕਹਿੰਦੇ ਨੇ ਮਨੁੱਖ ਨੂੰ ਸਿੱਖਣਾ ਚਾਹੀਦਾ ਹੈ ਵੀ ਆਪਣੇ ਜਿਹੜੇ ਆਗੂ ਹੁੰਦੇ ਨਾ, ਉਹਨਾਂ ਦੇ ਪਿੱਛੇ ਚੱਲਣ, ਉਹਦੇ ਪਿੱਛੇ ਚੱਲਣਾ ਚਾਹੀਦਾ ਹੈ। ਪਰ ਭਾਈ ਸਾਹਿਬ ਨੇ ਸ਼ਿਕਾਇਤ ਕੀਤੀ ਹੈ, ਇੱਕ ਮਨੁੱਖ ਦਾ ਅਵਗੁਣ ਦੱਸਿਆ ਹੈ। ਹਿਰਨ ਦੀ ਖੂਬੀ ਦੱਸੀ ਹੈ, ਮਨੁੱਖ ਦਾ ਅਵਗੁਣ ਦੱਸਿਆ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਜੈਸੇ ਮ੍ਰਿਗ ਮਾਲ ਚਾਲ ਚਲਤ ਟਲਤ ਨਾਹੀ, ਜਤਰ ਤਤਰ ਅਗਰ ਭਾਗੀ ਆਗੇ ਅਗਵਾਨ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਪ੍ਰਾਣੀ ਗੁਰਪੰਥ ਛਾੜ ਚਲਤ ਟਲਤ ਨਾਹੀ। ਜਿਹੜਾ ਇਹ ਮਨੁੱਖ ਹੈ ਨਾ, ਸਰੀਰ ਤਾਂ ਇਸ ਦਾ ਮਨੁੱਖਾਂ ਵਾਲਾ ਹੈ, ਪਰ ਭਾਈ ਸਾਹਿਬ ਕਹਿੰਦੇ ਨੇ ਕਿ ਇਹ ਆਪਣੇ ਆਗੂਆਂ ਦੇ ਅੱਗੇ ਨਹੀਂ ਚੱਲਦਾ ਹੈ। ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ, ਕੀਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਹੇ, ਪ੍ਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ। ਭਾਈ ਸਾਹਿਬ ਕਹਿੰਦੇ ਨੇ ਕੀੜੀਆਂ ਨੂੰ ਦੇਖੋ ਤਾਂ ਉਹ ਆਪਣੇ ਆਗੂ ਦੇ ਪਿੱਛੇ ਚੱਲਦੀਆਂ ਨੇ। ਕੁੰਜਾਂ ਹੁੰਦੀਆਂ ਨਾ, ਕਦੀ ਅਸਮਾਨ ਵਿੱਚ ਉੱਡਦੀਆਂ ਹੋਈਆਂ ਦੇਖੀਆਂ ਹੋਣ, ਇੱਕ ਅੱਗੇ ਜਾਂਦੀ ਹੈ ਤੇ ਬਾਕੀ ਸਾਰੀਆਂ ਉਹਦੇ ਪਿੱਛੇ ਚੱਲਦੀਆਂ ਨੇ। ਇਸ ਤਰ੍ਹਾਂ ਵੀ ਸ਼ੇਪ ਬਣਾ ਕੇ ਨਾ ਚੱਲਦੀਆਂ ਨੇ, ਇੱਕ ਅੱਗੇ ਬਾਕੀ ਸਭ ਪਿੱਛੇ, ਉਹਦੇ ਪਿੱਛੇ ਪਿੱਛੇ ਚੱਲਦੀਆਂ ਨੇ। ਆਪਣੇ ਆਗੂ ਦੇ, ਆਪਣੇ ਸਰਦਾਰ ਦੇ, ਆਪਣੇ ਲੀਡਰ ਦੇ ਅੱਗੇ ਚੱਲਦੀਆਂ ਹਨ। ਲੇਕਿਨ ਭਾਈ ਸਾਹਿਬ ਕਹਿੰਦੇ ਨੇ ਕਿ ਇਹ ਪਸ਼ੂਆਂ ਦੇ ਵਿੱਚ ਹੈ ਕਿ ਕੀਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਹੇ, ਆਪਣੇ ਆਗੂ ਦੇ ਪਿੱਛੇ ਲੱਗ ਕੇ ਤੇ ਚੱਲਦੇ ਹਨ। ਪਰ ਭਾਈ ਸਾਹਿਬ ਕਹਿੰਦੇ ਨੇ ਪ੍ਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ। ਇੱਕ ਪ੍ਰਾਣੀ ਮਨੁੱਖ ਐਸਾ ਹੈ ਜੋ ਆਪਣੇ ਪੰਥ ਦੇ ਆਗੂਆਂ ਦੇ ਪਿੱਛੇ ਨਹੀਂ ਚੱਲਦਾ ਹੈ, ਆਪਣੇ ਪੰਥ ਨੂੰ ਛੋੜ ਕੇ ਚੱਲਦਾ ਹੈ।
ਚਾਹੀਦਾ ਤੇ ਇਹ ਹੈ ਨਾ ਵੀ ਸਾਡੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਭ ਤੋਂ ਆਗੂ ਹਨ, ਸਾਡੇ ਸਾਰਿਆਂ ਦੇ ਗੁਰੂ ਹਨ। ਉਹ आज्ञा पई अकाल की तबह चलायो पंथ, सब सिखन को हुक्म है गुरु मानियो ग्रंथ। गुरु ग्रंथ साहब महाराज की आग्या दे विच रह के उन्हां दे दसे होए मार्ग ते चलना चाहिए सानू, पर नहीं चलते हैं। अकाल तख्त साहिब साडी सिरमौर हस्ती है, सब तो वड्डा तख्त है साडा। सानू चाहिए है कि अकाल तख्त साहिब की सरप्रस्ती दे विच असी उन्हां दी आग्या दे अनुसार, उन्हां दे हुक्म दे अनुसार असी सारे चलीए, पर नहीं चलते हाँ। असी दो इस पासे जांदे, दो इस पासे जांदे, दो इस पासे जांदे ने, अपनियां अपनियां रहत मर्यादा बना लिया ने, अपने अपने नियम बना लए ने, अपने अपने ढंग नाल लोकी करी जाते हैं। अकाल तख्त साहब कुछ भी आखे हुण तां लोकी मूँह फाड़ के अकाल तख्त साहब की मुखालफत करन लग पे ने, हुण तां इह करन लग पे ने। साडा किसे नाल व्यक्ति तौर ते कोई विरोध हो सकदा वे, कोई गल सानू ठीक नहीं लगती है, असी विचार कर सकते हैं उहदे उत्ते, इहदे विच कोई हर्ज नहीं है। लेकिन अकाल तख्त साहब दी असी मुखालफत कदी नहीं कर सकते हाँ। सानू चाहिए कि असी नतमस्तक हो के अकाल तख्त साहब दे हुक्म दे अनुसार असी चलीए, पर इस तरह हुंदा नहीं है। दो इस पासे जांदे, दो इस पासे, दो इस पासे। साडे जिहड़े आगू भी हुंदे ना, असी तां उन्हां दे पिछे भी नहीं चलते हाँ। कोई अकाल तख्त साहब दे जथेदार ने, कोई होर साडे लीडर ने, कोई होर, असी तां गुरुद्वारे दे ग्रंथी दे पिछे नहीं चलते, बल्कि ग्रंथी नूं अपने पिछे चलाना चाहते हैं असी। देखदा गुरुद्वारियां दे विच हर बंदा ग्रंथी नूं कोई ना कोई सलाह देंदा पिया है, एडवाइस देंदा पिया वे ग्रंथियां नूं। ज्ञानी जी इंज ना करो, इंज करो, ज्ञानी जी इंज ना करो, इंज करो। तो जे तुसी सब कुछ दसना होवे तो फिर ज्ञानी नूं किस वास्ते रखिया होवे, ग्रंथी किस वास्ते रखिया होवे। कहण नूं ते वो वजीर है, गुरु दा वजीर, गुरु तो बाद वजीर ग्रंथी, तो बनाया होंदा विचारे नौकर, उहदे उत्ते असी हुक्म चलाते पे होने आ, उहदे हुक्म दे विच असी नहीं चलते हाँ। भाई साहब कहते ने कि मनुख नूं इन्हां जीव जंतुआं कोलों सिखना चाहिए वे कि कीटी खग मृग सन्मुख पाछे लागे जाहें। कीड़ी अपने आगू दे पिछे चलती है, पंछी अपने आगूआं दे पिछे चलते हैं, हिरन अपने आगू दे पिछे चलते हैं। समाजिक प्राणी ने, कट्ठे रहंदे ने। पर प्राणी गुर पंथ छाड़ चलत अज्ञान है। भाई साहब कहते ने प्राणी मनुख एक ऐसा ज्ञानी प्राणी है जो अपने पंथ नूं छोड़ के तो दूजे पासे जांदा है। यह अपने आगूआं दे पिछे नहीं चलता है, यह अपनी रहो रीति दे पिछे नहीं चलता, यह अपनी धार्मिक नीति दे पिछे नहीं चलता है। भाई साहब कहते ने कि हीरन कलों ये जात मनुख नूं सिखनी चाहिए है। ये हीरन दा बहुत वड्डा गुण है, कट्ठियां रहना ते अपने आगू दे पिछे चलना, तड़ेबाजियां नहीं करते हैं वो। दूसरा, जिथे हीरन दा जिक्र आंदा है ना, तो हीरन दी एक अवगुण भी है हीरन दा, जिसनूं असी कह देने हाँ मृग तृष्णा, हीरन दी प्यास। हीरन दी प्यास कदी बुझदी नहीं है। मारूथल दे विच जदों हीरन नूं प्यास लगदी है ना, तो हीरन फिर पानी लभदा वे, पानी उसनूं मिलदा नहीं है,
दौड़ दौड़ के अपनी जान गवा लैंदा। गुरबाणी दे विच ऐसियां बहुत सारियां पंक्तियां हन जिस विच महाराज कहते ने कि हीरन दी जो तृष्णा है, जो दी प्यास है, वो कदी बुझदी नहीं है। फिर गुरबाणी तो इस तरह भी कहती है कि हीरन विच तां इक्को ही अवगुण है, एक भी उहदे विच मृग तृष्णा है, प्यास है उहदे विच। लेकिन मनुख दे विच तां पंजे ही विकार प्रबल हन। मनुख दे विच जैसे आसा राग दे विच भगत रविदास जी की पंक्ति है कि मृग मीन प्रिंग पतंग कुंचर एक दोख विनाश। हीरन दे विच, मच्छी दे विच, पतंगे दे विच, भौरे दे विच, हाथी दे विच भगत रविदास जी कहते हैं कि एक एक अवगुण है इन्हां दे विच, एक एक अवगुण। क्योंकि मैं सारे जीव जंतुओं की विचार करनी है तो ज्यों ज्यों उन्हां दा जिक्र आएगा तो फिर मैं दसांगा किहड़े किहड़े इन्हां दे विच एक एक अवगुण ने, दूसरा नहीं है, एक अवगुण बस। जैसे मच्छी दे विच खाण दा अवगुण है, उन्होंने हर वक्त खाण दा ही शौक है बस। इसे तरह मृग दे विच, हीरन दे विच मृग तृष्णा है। भगत रविदास जी कहते हैं कि इन्हां जीव जंतुओं दे विच तां केवल एक एक अवगुण है, एक एक दोख है इन्हां दे विच। लेकिन मनुख दे विच पंच दोख असाध जामे, जिन्हां दे विच पंजे ही दोख ने, ताकी केतक आस। जिन्हां दे विच एक दोख है, एक अवगुण है, उन्हां दा अपने अवगुण करके विनाश हो जाता वे। ते जिहदे विच पंजे ही अवगुण ने, काम क्रोध लोभ मोह हंकार, जिहदे अंदर ये पंजों ही अवगुण ने, उहदा बचना भगत रविदास जी कहते ने भी किवें असीं आस करिए कि ये मनुख बच सकता है। मनुख दा बचना मुश्किल है। तां ही सच्चे पातशाह जी ने गुरु ग्रंथ साहब दे विच इन्हां जीव जंतुओं दा जिक्र कीता है कि ऐ इंसान एक एक दोख होण तो बाद भी इन्हां दी मौत हो जाती है, विनाश हो जाता है इन्हां दा, ये खत्म हो जाते हैं। तेरे अंदर ते पंजे दोख ने, तू किवें बच सकदा है। गुरबाणी ने इस वास्ते इन्हां जीव जंतुओं का जिक्र किया है। मृग तृष्णा, हीरन दी प्यास। जैसे भाई साहब भाई गुरदास जी कहते हैं कि जैसे मृग तृष्णा लो धावे वो त्रिखावंत, आवत न शांत ब्रह्म परमत हैरानो है। रेगिस्तान दे विच जदों हीरन नूं प्यास लगदी है, गर्मी के दिनों में टैंपरेचर बहुत हाई होता है, तकरीबन 50 डिग्री तो भी उपर। फिर रेतला इलाका, गर्म हवा। हीरन नूं जद प्यास लगती है ना, तो हीरन अपना सिर उच्चा करके देखता है भी किधरे पानी मिल जाए, मैनू प्यास लगी है तो पानी चाहिए वे। सूरज दियां किरणां दे नाल, तेज धुप दे नाल रेत इस तरह चमकदी है जिवें पानी दा कोई छोटा सरोवर होंदा है, इस तरह चमकदी है। कदी जून जुलाई दे महीने दे विच, मई जून दे महीने विच कदी सड़क दे उत्ते सफ़र करोगे ना, तो असी गड्डी ते जाने ना, अगे तुसी देखना सूरज दी किरणां दे नाल सड़क जिहड़ी है वो इस तरह चमकदी है जिवें अगे पानी है, सड़क गिल्ली होंदी है। पर ज्यों ज्यों असी अगे वधदे आ ना, तो वो चमक जिहड़ी है होर अगे चली जाती है, पानी तो हुंदा नहीं उत्थे। हीरन जद देखदा है भी शायद उत्थे पानी है, हुण पानी तो हुंदा नहीं, रेत चमकदी है, पर वो दिखाई इस तरह देंदी है जिवें पानी है। हीरन दौड़ के जद उत्थे पहुँचदा वे,
ਉਹ ਜਿਹੜੀ ਚਮਕ ਹੈ ਹੋਰ ਅੱਗੇ ਚਲੀ ਜਾਂਦੀ ਹੈ। ਫਿਰ ਦੌੜ ਕੇ ਉੱਥੇ ਪਹੁੰਚਦਾ ਹੈ, ਉਹ ਚਮਕ ਫਿਰ ਹੋਰ ਅੱਗੇ ਚਲੀ ਜਾਂਦੀ ਹੈ, ਕਿਉਂਕਿ ਉਹ ਇੱਕ ਦੂਰੀ ਦੇ ਉੱਤੇ ਐਸਾ ਕੋਈ ਸਿਸਟਮ ਬਣ ਜਾਂਦਾ ਹੈ ਕਿ ਸੂਰਜ ਦੀ ਕਿਰਨਾਂ ਦੇ ਨਾਲ, ਧੁੱਪ ਦੇ ਨਾਲ ਰੇਤ ਇਸ ਤਰ੍ਹਾਂ ਹੀ ਚਮਕਦੀ ਹੈ ਜਿਵੇਂ ਪਾਣੀ ਦਾ ਕੋਈ ਛੋਟਾ ਸਰੋਵਰ ਹੁੰਦਾ ਹੈ। ਹਿਰਨ ਦੌੜ ਦੌੜ ਕੇ ਪਾਣੀ ਦੀ ਤਲਾਸ਼ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਸੰਸਾਰ ਨੂੰ ਇੱਕ ਮਾਰੂਥਲ ਦੱਸਿਆ ਹੈ ਕਿ ਜਿਹੜਾ ਸੰਸਾਰ ਹੈ ਨਾ, ਇਹ ਵੀ ਜਿਵੇਂ ਰੇਤਲਾ ਇਲਾਕਾ ਹੁੰਦਾ। ਮਨੁੱਖ ਸੋਚਦਾ ਹੈ ਕਿ ਸ਼ਾਇਦ ਉੱਥੇ ਪਾਣੀ ਹੈ। ਜੈਸੇ ਹਿਰਨ ਰੇਤਲੇ ਇਲਾਕੇ ਦੇ ਵਿੱਚ ਦੇਖਦਾ ਹੈ ਤਾਂ ਪਾਣੀ ਚਮਕ ਕੇ ਦਿਖਾਈ ਦਿੰਦਾ ਹੈ ਨਾ। ਮਹਾਰਾਜ ਨੇ ਮਨੁੱਖ ਦਾ ਜ਼ਿਕਰ ਕੀਤਾ ਵੇ, ਮਿਸਾਲ ਹਿਰਨ ਦੀ ਦਿੱਤੀ ਹੈ, ਸਮਝਾਉਣ ਦੀ ਕੋਸ਼ਿਸ਼ ਸਾਨੂੰ ਕੀਤੀ ਹੈ ਸੱਚੇ ਪਾਤਸ਼ਾਹ ਨੇ। ਬੰਦਾ ਵੀ ਸੰਸਾਰ ਦੇ ਵਿੱਚ ਜਦ ਨਜ਼ਰ ਮਾਰਦਾ ਹੈ ਤੇ ਸੋਚਦਾ ਹੈ ਵੀ ਸ਼ਾਇਦ ਇੱਥੇ ਸੁੱਖ ਹੈ। ਸੁੱਖ ਤੇ ਉੱਥੇ ਹੁੰਦਾ ਨਹੀਂ ਹੈ। ਜਦ ਉੱਥੇ ਪਹੁੰਚਦਾ ਹੈ ਤੇ ਉਹ ਸੁੱਖ ਕਿਧਰੇ ਹੋਰ ਨਜ਼ਰ ਆਉਣ ਲੱਗ ਪੈਂਦਾ ਵੇ। ਜਦ ਉੱਥੇ ਪਹੁੰਚਦਾ ਹੈ ਤਾਂ ਉੱਥੇ ਵੀ ਸੁੱਖ ਨਹੀਂ ਮਿਲਦਾ ਹੈ। ਜੈਸੇ ਹਿਰਨ ਦੌੜਦਾ ਹੈ ਨਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਬਦ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੌੜੀ ਰਾਗ ਦਾ ਇਹ ਸ਼ਬਦ ਹੈ, ਗੌੜੀ ਮਹੱਲਾ 9। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ। ਜਿਹਦੇ ਕੋਲੋਂ ਸੁੱਖ ਮਿਲਣਾ ਹੈ ਨਾ ਪਰਮਾਤਮਾ ਕੋਲੋਂ, ਉਹ ਤੇ ਮਨੁੱਖ ਦੇ ਜਹਨ ਦੇ ਵਿੱਚ, ਚੇਤੇ ਦੇ ਵਿੱਚ ਆਉਂਦਾ ਹੀ ਨਹੀਂ ਹੈ। ਤੇ ਅਹਨਿਸ ਮਗਨ ਰਹੇ ਮਾਇਆ ਮੇ, ਕਹੋ ਕੈਸੇ ਗੁਣ ਗਾਵੇ। ਰਾਤ ਦਿਨ ਮਾਇਆ ਦੇ ਚੱਕਰਾਂ ਦੇ ਵਿੱਚ, ਸੰਸਾਰਿਕ ਸੁੱਖਾਂ ਦੇ ਪਿੱਛੇ ਦੌੜਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਨੇ, ਦੱਸੋ ਇਹਨੂੰ ਪਰਮਾਤਮਾ ਕਿਵੇਂ ਚੇਤੇ ਆਵੇ, ਰੱਬ ਕਿਵੇਂ ਚੇਤੇ ਆਏਗਾ ਇਸ ਨੂੰ। ਰਾਤ ਦਿਨ ਤਾਂ ਉਸ ਵਿੱਚ ਖੱਚਤ ਹੁੰਦਾ ਪਿਆ ਵੇ। ਸਾਰਾ ਦਿਨ ਬਿਜ਼ਨਸ ਦੇ ਵਿੱਚ ਲੱਗੇ ਹੋਏ ਨੇ, ਭੱਜ ਦੌੜ, ਇੱਥੇ ਜਾਣਾ ਹੈ ਉੱਥੇ ਜਾਣਾ ਹੈ, ਉਹਨੂੰ ਪੈਸੇ ਦੇਣੇ ਨੇ, ਉਹਦੇ ਕੋਲੋਂ ਲੈਣੇ ਨੇ, ਇਤਨਾ ਮਾਲ ਉੱਥੇ ਭੇਜਣਾ ਹੈ, ਇਤਨਾ ਲੈ ਕੇ ਆਉਣਾ ਹੈ। ਸਾਰਾ ਦਿਨ ਇਸੇ ਦੇ ਵਿੱਚ ਖੱਚਤ ਹੁੰਦੇ ਰਹਿੰਦੇ ਨੇ, ਬੜੀ ਭੱਜ ਦੌੜ ਕਰਦੇ ਹਨ। ਤੇ ਜੇ ਰੱਬ ਦਾ ਨਾਮ ਲੈਣਾ ਹੋਵੇ ਤਾਂ ਕਹਿੰਦੇ ਨੇ ਇਤਨਾ ਸਮਾਂ ਹੀ ਨਹੀਂ ਸਾਡੇ ਕੋਲ, ਕਿਵੇਂ ਕਰੀਏ ਅਸੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੱਥੋਂ ਸੁੱਖ ਮਿਲਣਾ ਹੈ, ਜਿਹਦੇ ਕੋਲ ਸੁੱਖ ਹੈ, ਉਸ ਪਰਮਾਤਮਾ ਨੂੰ ਤੇ ਚੇਤੇ ਕਰਦਾ ਨਹੀਂ ਹੈ। ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬੰਦਾਵੇ। ਕੋਈ ਪੁੱਤਰਾਂ ਦੇ ਮੋਹ ਵਿੱਚ ਬੰਧਿਆ ਹੋਇਆ, ਕੋਈ ਮਿੱਤਰਾਂ ਦੇ ਮੋਹ ਵਿੱਚ ਬੱਝਾ ਹੋਇਆ, ਮਾਇਆ ਦੇ ਚੱਕਰਾਂ ਵਿੱਚ ਫਸਿਆ ਹੋਇਆ, ਪਰਿਵਾਰ ਦੇ ਚੱਕਰ ਵਿੱਚ ਫਸਿਆ ਹੋਇਆ ਵੇ। ਇਸ ਤਰ੍ਹਾਂ ਜੋ ਹੈ ਆਪਣੇ ਆਪ ਨੂੰ ਇਹ ਬੰਧਨਾਂ ਦੇ ਵਿੱਚ ਪਾ ਲੈਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਹੜੀ ਅਗਲੀ ਗੱਲ ਸੱਚੇ ਪਾਤਸ਼ਾਹ ਨੇ ਕੀਤੀ ਹੈ ਨਾ, ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੇ ਬੋ ਤ੍ਰਿਖਾਵੰਤ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਦੇਖ ਤਾਸ ਉਠ ਧਾਵੇ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਦੇਖ ਤਾਸ ਉਠ ਧਾਵੇ। ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਇਸ ਸੰਸਾਰ ਨੂੰ ਦੇਖਦਾ ਵੇ। ਤੇ ਮਹਾਰਾਜ ਕਹਿੰਦੇ ਨੇ, ਜੈਸੇ ਰੇਗਿਸਤਾਨ ਦੇ ਵਿੱਚ ਹਿਰਨ ਦੌੜਦਾ ਹੈ ਨਾ ਪਾਣੀ ਦੇ ਪਿੱਛੇ, ਬੰਦਾ ਦੌੜਦਾ ਪਿਆ ਇਸ ਸੰਸਾਰ ਦੇ ਪਿੱਛੇ, ਇਹ ਸੁੱਖ ਮਿਲ ਜਾਵੇ ਮੈਨੂੰ। ਪਰ ਤ੍ਰਿਸ਼ਨਾ ਕਦੀ ਬੁਝਦੀ ਨਹੀਂ ਹੈ। ਹਿਰਨ ਦੀ ਸਤਿਗੁਰਾਂ ਨੇ ਮਿਸਾਲ ਦਿੱਤੀ ਹੈ ਵੀ ਹਿਰਨ ਰੇਗਿਸਤਾਨ ਵਿੱਚ ਦੌੜ ਦੌੜ ਕੇ ਸ਼ਾਇਦ ਇੱਥੇ ਪਾਣੀ ਮਿਲੇਗਾ, ਉੱਥੇ ਪਾਣੀ ਮਿਲੇਗਾ, ਇੱਥੇ ਪਾਣੀ ਮਿਲੇਗਾ, ਨਹੀਂ ਮਿਲਦਾ ਹੈ ਉਸ ਨੂੰ, ਆਖਿਰ ਉਸ ਦੀ ਮੌਤ ਹੋ ਜਾਂਦੀ ਹੈ। ਮ੍ਰਿਗ ਤ੍ਰਿਸ਼ਨਾ ਲੋ ਧਾਵੇ ਬੋ ਤ੍ਰਿਖਾਵੰਤ, ਆਵਤ ਨਾ ਸ਼ਾਂਤ ਭ੍ਰਮ ਪਰਮਤ ਹੈਰਾਨੋ ਹੈ। ਭਾਈ ਗੁਰਦਾਸ ਜੀ
ਤੇ ਫਿਰ ਭਾਈ ਸਾਹਿਬ ਕਹਿੰਦੇ ਨੇ, ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ। ਜਿੱਥੇ ਬੰਦੇ ਨੇ ਪਹੁੰਚਣਾ ਹੈ ਨਾ, ਉੱਥੇ ਪਹੁੰਚਦਾ ਨਹੀਂ ਹੈ, ਭੱਜ ਦੌੜ ਬੜੀ ਕਰਦਾ ਹੈ, ਬੜੀ ਭੱਜ ਦੌੜ ਕਰਦਾ ਹੈ। ਗੁਰਬਾਣੀ ਵੀ ਕਹਿੰਦੀ ਹੈ ਵੀ ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਕਿਸੇ ਵਿਰਲੇ ਮਨੁੱਖ ਦੀ ਤ੍ਰਿਸ਼ਨਾ ਬੁਝਦੀ ਹੈ। ਤ੍ਰਿਸ਼ਨਾ ਆਖਰ ਹੈ ਕੀ ਚੀਜ਼ ਹੈ? ਜਿਤਨੀਆਂ ਮਨੁੱਖ ਦੀਆਂ ਜ਼ਰੂਰਤਾਂ ਨੇ ਜਦ ਉਹ ਪੂਰੀਆਂ ਹੋ ਜਾਣ, ਫਿਰ ਬੰਦਾ ਆਖੇ ਵੀ ਨਹੀਂ ਹੋਰ ਚਾਹੀਦਾ ਵੇ। ਉਹ ਹੋਰ ਜਿਹੜਾ ਹੈ ਨਾ, ਇਸ ਦਾ ਲੋਭ ਬਣ ਜਾਂਦਾ ਵੇ। ਲੋਭ ਦੀ ਜਦ ਪੂਰਤੀ ਹੋ ਜਾਏ ਵੀ ਹੁਣ ਜਿਤਨਾ ਹੋਰ ਚਾਹੀਦਾ ਸੀ ਉਹ ਵੀ ਮਿਲ ਗਿਆ ਵੇ, ਹੁਣ ਇਹਦੀ ਮੰਗ ਜਿਹੜੀ ਹੈ ਉਹ ਅੱਗੇ ਚੱਲ ਪਈ। ਲੋਭ ਤੋਂ ਬਾਅਦ ਜਦ ਹੋਰ ਅੱਗੇ ਚੱਲ ਪੈਂਦੀ ਹੈ ਬਈ ਇਹ ਮਿਲ ਗਿਆ, ਚਲੋ ਹੋਰ ਮਿਲਣਾ ਚਾਹੀਦਾ ਵੇ। ਉਹ ਜਦ ਹੋਰ ਦੀ ਪ੍ਰਾਪਤੀ ਨਹੀਂ ਹੁੰਦੀ, ਫਿਰ ਜਦ ਮਨੁੱਖ ਦੁਖੀ ਹੁੰਦਾ ਹੈ ਨਾ, ਤਾਂ ਫਿਰ ਇਹ ਜਿਹੜਾ ਇਹਦਾ ਲੋਭ ਹੈ, ਇਹ ਲੋਭ ਇਸ ਦੀ ਤ੍ਰਿਸ਼ਨਾ ਬਣ ਜਾਂਦੀ ਹੈ। ਤ੍ਰਿਸ਼ਨਾ ਵੱਧਦੀ 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 ਕਦੀ ਇਸ ਦੀ ਪੂਰੀ ਨਹੀਂ ਹੁੰਦੀ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜ ਸੜ ਕੇ ਬੰਦਾ ਆਪ ਹੀ ਪੂਰਾ ਹੋ ਜਾਂਦਾ ਵੇ। ਮੇਰੀ ਮੇਰੀ ਕਰਤੇ ਜਨਮ ਗਇਓ, ਇਹ ਵੀ ਮੇਰਾ ਹੋ ਜਾਏ, ਇਹ ਵੀ ਮੇਰਾ ਹੋ ਜਾਏ, ਇਹ ਵੀ ਮੇਰਾ ਹੋ ਜਾਏ, ਇਹ ਵੀ ਮੈਨੂੰ ਮਿਲ ਜਾਏ, ਉਹ ਵੀ ਮਿਲ ਜਾਵੇ। ਬਸ ਇਸੇ ਦੇ ਵਿੱਚ ਹੀ ਮਨੁੱਖ ਦਾ ਜੀਵਨ ਖਤਮ ਹੋ ਜਾਂਦਾ ਹੈ। ਇਸੇ ਨੂੰ ਆਖਿਆ ਗਿਆ ਮ੍ਰਿਗ ਤ੍ਰਿਸ਼ਨਾ, ਜੋ ਕਦੀ ਪੂਰੀ ਨਹੀਂ ਹੁੰਦੀ ਹੈ। ਜੈਸੇ ਰੇਗਿਸਤਾਨ ਦੇ ਵਿੱਚ ਹਿਰਨ ਦੀ ਪਿਆਸ ਨਹੀਂ ਮਿਟਦੀ, ਉਹਦਾ ਜੀਵਨ ਖਤਮ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਦੇਖ ਤਾਸ ਉੱਠ ਤਾਵੇ। ਸੰਸਾਰ ਦੇ ਸੁੱਖਾਂ ਨੂੰ ਦੇਖ ਕੇ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਮਨੁੱਖ ਦੌੜ ਦੌੜ ਕੇ ਆਪਣਾ ਜੀਵਨ ਖਤਮ ਕਰ ਲੈਂਦਾ ਹੈ। ਦੌੜ ਦੌੜ ਕੇ ਇਹ ਵੀ ਮੇਰਾ ਹੋ ਜਾਏ, ਇਹ ਵੀ ਮੇਰਾ ਹੋ ਜਾਏ। ਮੈਂ ਇੱਕ ਦਿਨ ਇੱਕ ਗਾਥਾ ਪੜ੍ਹੀ ਸੀ। ਇੱਕ ਗਰੀਬ ਬੰਦਾ ਜਿਹਦੇ ਕੋਲ ਥੋੜ੍ਹੀ ਜ਼ਮੀਨ ਸੀ, ਉਹਦੇ ਉੱਤੇ ਖੇਤੀ ਕਰਕੇ ਤੇ ਬੜੀ ਸੋਹਣੀ ਆਪਣੇ ਪਰਿਵਾਰ ਦੀ ਪਾਲਣਾ ਕਰ ਰਿਹਾ ਸੀ। ਉਹ ਜਿਤਨੀਆਂ ਕੁ ਮਨੁੱਖ ਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰ ਰਿਹਾ ਸੀ ਉਹਦੇ ਨਾਲ। ਲੇਕਿਨ ਕਿਧਰੇ ਅੰਦਰ ਖਿਆਲ ਆਉਂਦਾ ਸੀ ਵੀ ਨਹੀਂ, ਹੋਰ ਮਿਲਣਾ ਚਾਹੀਦਾ ਵੇ। ਬੜਾ ਵਧੀਆ ਉਸ ਦਾ ਜੀਵਨ ਚੱਲ ਰਿਹਾ ਸੀ, ਪਰ ਜ਼ਰੂਰਤਾਂ ਜਦ ਉਸ ਦੀਆਂ ਪੂਰੀਆਂ ਹੋਈਆਂ ਤਾਂ ਅੰਦਰ ਥੋੜ੍ਹਾ ਜਿਹਾ ਲੋਭ ਪੈਦਾ ਹੋਇਆ ਵੇ, ਬਈ ਨਹੀਂ ਥੋੜ੍ਹਾ ਹੋਰ ਮਿਲਣਾ ਚਾਹੀਦਾ ਵੇ। ਇਹਨੂੰ ਕਿਸੇ ਨੇ ਦੱਸਿਆ ਕਿ ਉਹ ਇੱਕ ਫਲਾਣੀ ਜਗ੍ਹਾ ਹੈ ਜਿੱਥੇ ਜ਼ਮੀਨ ਬੜੀ ਸਸਤੀ ਮਿਲਦੀ ਹੈ। ਇਸ ਜ਼ਮੀਨ ਨੂੰ ਵੇਚ ਕੇ ਉੱਥੇ ਅਗਰ ਤੂੰ ਜ਼ਮੀਨ ਲਵੇਂ ਤਾਂ ਤੈਨੂੰ 10 ਗੁਣਾ ਜ਼ਿਆਦਾ ਮਿਲ ਸਕਦੀ ਹੈ। ਇਹ ਲਾਲਚ ਵਿੱਚ ਆ ਗਿਆ। ਜਿਹੜੀ ਜ਼ਮੀਨ ਇਹਦੇ ਹੱਥ ਵਿੱਚ ਸੀ ਨਾ, ਉਹ ਸਾਰੀ ਜ਼ਮੀਨ ਵੇਚ ਕੇ, ਮਕਾਨ ਵੇਚ ਕੇ ਪਰਿਵਾਰ ਨੂੰ ਇਸਨੇ ਕਿਰਾਏ ਦੇ ਮਕਾਨ ਵਿੱਚ ਰੱਖਿਆ ਔਰ ਉਹਨਾਂ ਨੂੰ ਆਖਿਆ ਬਸ ਥੋੜ੍ਹੇ ਦਿਨਾਂ ਦੀ ਗੱਲ ਹੈ, ਤੁਸੀਂ ਇੱਥੇ ਰਹੋ, ਮੈਂ ਬਸ ਉੱਥੇ ਜਾ ਕੇ ਜ਼ਮੀਨ ਖਰੀਦ ਕੇ ਬਹੁਤ ਸਾਰੀ ਤੇ ਫਿਰ ਆ ਕੇ ਤੁਹਾਨੂੰ ਲੈ ਜਾਣਾ, ਫਿਰ ਮੈਂ ਤੁਹਾਨੂੰ ਲੈ ਜਾਵਾਂਗਾ। ਜ਼ਮੀਨ ਇਸਨੇ ਵੇਚ ਦਿੱਤੀ, ਮਕਾਨ ਇਸਨੇ ਵੇਚ ਦਿੱਤਾ ਹੈ, ਪੈਸੇ ਇਸਨੇ ਕੁਛ ਆਪਣੇ ਪਰਿਵਾਰ ਨੂੰ ਦਿੱਤੇ ਖਰਚੇ ਵਾਸਤੇ, ਬਾਕੀ ਲੈ ਕੇ ਆਪ ਤੇ ਚੱਲ ਪਿਆ ਹੈ। ਜਿੱਥੇ ਜ਼ਮੀਨ ਵਿਕਦੀ ਸੀ ਨਾ, ਉੱਥੇ ਜਾ ਕੇ ਇਸਨੇ ਪਤਾ ਕੀਤਾ ਵੀ ਜ਼ਮੀਨ ਕੌਣ ਵੇਚਦਾ ਹੈ। ਕਿਸੇ ਨੇ ਦੱਸਿਆ ਵੀ ਉਹ ਫਲਾਣਾ ਸੇਠ ਹੈ, ਉਹ 1000 ਰੁਪਏ ਲੈ ਕੇ ਜਿਤਨੀ ਜ਼ਮੀਨ ਤੂੰ ਦੌੜ ਕੇ ਘੇਰ ਲਏਗਾ ਨਾ, ਉਤਨੀ ਜ਼ਮੀਨ ਤੈਨੂੰ ਦੇ ਦੇਗਾ। ਉਹ ਇਹਨੇ ਜਾ ਕੇ ਸਾਰਾ ਪਤਾ ਕੀਤਾ, 1000 ਰੁਪਈਆ ਉਸ ਨੂੰ ਜਮ੍ਹਾਂ ਕਰਾ ਦਿੱਤਾ ਜਿਹੜੇ ਉਸਨੇ ਲੈਣੇ ਸਨ। ਉਸ ਸੇਠ ਨੇ ਇਸ ਨੂੰ ਨਿਯਮ ਦੱਸਿਆ ਵੀ ਇੱਕ ਜਗ੍ਹਾ 'ਤੇ ਅਸੀਂ ਨਿਸ਼ਾਨ ਲਾ ਦਿਆਂਗੇ,
सवेरे सूरज उगण दे नाल ही तू दौड़ना शुरू करना है। पैदल चल या दौड़, ये तेरी मर्जी है। सूरज अस्त होंदियां तक जितनी जमीन नूं तू घेरा पा लेगा, क्योंकि सवेरे जिथों चलना है ना, शाम नूं वापस उत्थे ही जगह ते पहुँचना मैं। जितनी जगह नूं तू घेरा पा लवेगा ना, वो सारी ज़मीन तेरी हो जाएगी। वो पैसे सिर्फ 1000 है। तेरी हिम्मत है कि तू कितना दौड़ सकना है, तू कितनी ज़मीन नूं घेरा पा सकना है, ये तेरी हिम्मत है। सूरज अस्त होने तो पहले जिस जगह तो तू चलिया ना, उसी जगह ते आके ते फिर वापस खलोना है। अगर सूरज अस्त हो गया और तू उत्थे ना पहुँच सकिया, तेरे पैसे डुब जाणगे, ज़मीन भी तैनू नहीं मिलनी है, फिर ज़मीन भी नहीं मिलेगी तैनू, पैसे भी तेरे डुब जाने। इन्हें आख्या तो गल ही बड़ी वधिया है, जितना मैं घेरा पावांगा उतनी ज़मीन मेरी। कमाल हो गई है। असी तो देखिया सी भी नाप तोल के ज़मीन नूं बेचदे ने, ये तो पहली बारी सुनिया मैं। पैसे जमा करा दिते, सारी तैयारी इसने कर ली है। सवेर होई, सूरज उगण दे नाल ही इस नूं इजाज़त दिती भी तू हुण चलना शुरू कर। ये उत्थे चल पिया है। ज्यों सूरज उगया ते चल पिया। इन्हें रोटी पानी अपने नाल लै लिया भी, रस्ते विच ऐसा ना होवे भुख लग जाए तो वापस आना पवे, ज़मीन थोड़ी रह जाएगी। रोटी इसने नाल बन लई, पानी अपने नाल रख लिया, चल पिया है। चलद्यां चलद्यां सोचदा भी चलना की है, अज तो दौड़ लाण दा दिन है, दौड़ना चाहिदा है। दौड़ लाई है इसने, दौड़ना शुरू कर दिता है। भुख लगी, कहंदा भी रोटी तो मैं रोज़ ही खाना वा, अगर एक दिन रोटी नहीं भी खावांगा तो मैं कोई मर नहीं जाना है। अज रोटी नहीं खांदा। प्यास लगी है, कहंदा पानी पीण दे विच जितना समा खराब करना है ना, इतनी देर भी तो मैं पता नहीं कित्थे पहुँच जाना, मैं कितनी होर ज़मीन आ जाएगी। तालाब आ गया, कहंदा तालाब नूं भी घेरा पा लवां, अगर ज़मीन मिलेगी तो पानी भी तो चाहिए ना। तालाब नूं भी घेरा पा लिया। मकान आ गए, उसनूं भी घेरा पा लिया है। शरीर इसदा दोपहर तो बाद जिहड़ा है ना, वो थकना शुरू हो गया। इनू ख्याल आया भी वापस भी तो जाना ना, जिथों मैं चलिया सा वापस पहुँचना भी तो उत्थे ही है ना, तां मैनू ज़मीन मिलेगी। हुण जद इसने वापस चलना शुरू किया है, अजे भी अंदर लालच है भी यह भी चीज़ मैं अपने घेरे विच लै लवां, यह भी मेरे दायरे विच आ जाए। जिहड़ा इसने समान चुकिया सी ना, हुण इसनूं भारा लगन लग पिया, क्योंकि थक गया बहुत। इन्हें समान भी सुट दिता वे, रोटी सुट दी है, पानी भी सुट दिता वे। अंदर हुण डर पैदा हो गया भी मैं तो बड़ी दूर निकल आया हाँ, सूरज अस्त होने वाला है। वजन लगदा पिया एक एक चीज़ दा, सारा सुट के इसने अपने आप नूं हल्का किया है, पर हुण चलिया नहीं जांदा पिया। हिम्मत करके इसने दौड़ दौड़ के हिम्मत करके ऐसी जगह ते पहुँचिया जिथों तुरिया सी ना, वो बंदे इसनूं नज़र आण लग पे ने। उत्थे बहुत सारे बंदियां दी भीड़ खड़ी है। वो आवाज़ां मारदे पैन भी जल्दी आओ, सारी ज़मीन तेरी होने वाली है, वेख सूरज अस्त होने वाला है, जल्दी कर, दौड़। दौड़दा तो है पर हुण दौड़िया नहीं जाता, शरीर विच इतनी ताकत नहीं है। सारा दिन हो गया, ना रोटी खाधी है, ना पानी पीता वे, ना आराम किया वे। एक एक कदम हुण इसदा चलना जिहड़ा है ना, वो मुश्किल हो गया वे। जिसने गाथा लिखी है, कहंदा भी 10 फुट दूर आके जिस जगह तो चलिया सी ना, 10 को फुट दूर आके ते ज़मीन ते डिग पिया है। लोग आवाज़ां मारदे पे ने, हसदे पे ने, जल्दी कर, ये सारी ज़मीन हुण तेरी है, तू तुरदा क्यों नहीं है, सवेरे तो बड़ी फुर्ती सी तेरे अंदर।
ਇਹ ਲੋਕਾਂ ਨੂੰ ਆਖਦਾ ਵੀ ਤੁਸੀਂ ਹੱਸਦੇ ਪਏ ਹੋ, ਮੇਰੀ ਇੱਥੇ ਮੌਤ ਆਉਣ ਵਾਲੀ ਹੈ, ਤੁਸੀਂ ਹੱਸ ਰਹੇ ਹੋ। ਜ਼ਮੀਨ ਦੇ ਉੱਤੇ ਰੇਂਗ ਕੇ ਪਹੁੰਚਣ ਦੀ ਕੋਸ਼ਿਸ਼ ਕਰਦਾ ਪਿਆ, ਪਰ ਜਦ 3 ਗਜ ਦੀ ਦੂਰੀ ਰਹਿ ਗਈ ਨਾ, ਸਿਰਫ 3 ਗਜ ਦੀ, ਕਹਿੰਦੇ ਨੇ ਇਸ ਦੀ ਮੌਤ ਹੋਣ ਵਾਲੀ ਆਖਰੀ ਸਵਾਸਾਂ 'ਤੇ ਹੈ। ਤੇ ਇਹਨੇ ਪੁੱਛ ਲਿਆ ਉਸ ਸੇਠ ਨੂੰ ਵੀ ਤੁਸੀਂ ਹੱਸਦੇ ਕਿਉਂ ਪਏ ਹੋ। ਉਸ ਸੇਠ ਨੇ ਆਖਿਆ ਵੀ ਸਾਡਾ ਇਹ ਬਿਜ਼ਨਸ ਹੈ, ਸਾਡਾ ਇਹ ਕੰਮ ਹੈ। ਅੱਜ ਤੱਕ ਕੋਈ ਵੀ ਬੰਦਾ ਇੱਥੋਂ ਜ਼ਮੀਨ ਲੈ ਕੇ ਨਹੀਂ ਗਿਆ ਹੈ। ਜਿਹੜਾ ਵੀ ਆਉਂਦਾ ਨਾ, ਜਿਸ ਜਗ੍ਹਾ 'ਤੇ ਅੱਜ ਤੂੰ ਮਰਨ ਲੱਗਾ ਨਾ, ਇਸੇ ਹੀ ਜਗ੍ਹਾ 'ਤੇ ਹਰ ਬੰਦਾ ਮਰਦਾ ਹੈ। ਪੈਸੇ ਸਾਨੂੰ ਮਿਲ ਜਾਂਦੇ ਨੇ, ਜ਼ਮੀਨ ਸਾਡੀ ਉੱਥੇ ਦੀ ਉੱਥੇ ਹੈ। ਅੱਜ ਤੱਕ ਕਿਸੇ ਨੇ ਜ਼ਮੀਨ ਲਈ ਨਹੀਂ ਹੈ। ਕਿਉਂ? ਕਿਉਂਕਿ ਅੰਦਰ ਲੋਭ ਬਣਦਾ ਹੈ, ਫਿਰ ਲੋਭ ਤ੍ਰਿਸ਼ਨਾ ਬਣ ਜਾਂਦੀ ਹੈ। ਤ੍ਰਿਸ਼ਨਾ ਕਿਸੇ ਦੀ ਬੁਝਦੀ ਨਹੀਂ ਹੈ। ਮੌਤ ਤਾਂ ਉਸ ਦੀ ਹੋ ਜਾਂਦੀ ਹੈ, ਪਰ ਇਸ ਦੀ ਤ੍ਰਿਸ਼ਨਾ ਕਦੀ ਬੁਝਦੀ ਨਹੀਂ ਹੈ। ਕਹਿੰਦਾ ਬੰਦੇ ਨੂੰ ਕਿਤਨੀ ਕੁ ਜ਼ਮੀਨ ਦੀ ਲੋੜ ਹੁੰਦੀ ਹੈ? ਸਿਰਫ 3 ਗਜ ਦੀ, ਬਸ। ਇਸ ਤੋਂ ਜ਼ਿਆਦਾ ਜ਼ਮੀਨ ਨਹੀਂ ਚਾਹੀਦੀ ਹੈ ਮਨੁੱਖ। बड़े सुंदर बोल ने एक विद्वान दे, कहंदा चाहे जितने मर्जी इकट्ठे कर लो हीरे मोती, पर इतना याद रखना कफन में जेब नहीं होती। बंदा लालच ते बड़े करदा है भी ऐ भी मेरा हो जाए, वो भी मेरा हो जाए, पर नाल ते बंदे दे कुछ भी नहीं ना जाना है, नाल ते कुछ भी नहीं जाना है। भगत कबीर साहब जी कहंदे ने कि चले जुआरी दोए हथ झाड़। ਮਿਹਨਤ ਕਰਦਾ ਹੈ ਬੰਦਾ, ਭੱਜ ਦੌੜ ਕਰਦਾ ਵੇ, ਪਰ ਨਾ ਸਰੀਰ ਬਚਦਾ ਹੈ ਤੇ ਨਾ ਧਨ ਬਚਦਾ ਹੈ। ਮੌਤ ਇਸ ਦੀ ਹੋ ਜਾਂਦੀ ਹੈ। ਜੈਸੇ ਕਿਸੇ ਹੀਰਨ ਦੀ ਤ੍ਰਿਸ਼ਨਾ ਪਿਆਸ ਕਦੀ ਨਹੀਂ ਬੁਝਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਇਨਸਾਨ ਆਪਣੇ ਅੰਦਰ ਝਾਤ ਮਾਰ ਕੇ ਦੇਖ, ਕਿਧਰੇ ਤੇਰੇ ਅੰਦਰ ਵੀ ਮ੍ਰਿਗ ਤ੍ਰਿਸ਼ਨਾ ਤਾਂ ਨਹੀਂ ਹੈ, किधरे ऐसा तो नहीं कि तुम ही दौड़ के अपना जीवन समाप्त कर लवें ते हाथ विच तेरे कुछ भी ना आवे। चले जुआरी दोए हाथ झाड़। क्योंकि हिरन दे होर भी बहुत सारे गुण अवगुण गुरबाणी ने बयान किए हैं। आपां कल भी हिरन दी विचार करांगे। सतगुर सच्चे पातशाह मेहर करन, साडी जिहड़ी तृष्णा है ये बुझ जावे, और तृष्णा बुझेगी सच्चे नाम दे नाल, परमात्मा दे नाम दे नाल। महाराज सच्चे पातशाह कहंदे ने भुगत मुगत का कारण स्वामी, मूड ताहें बिसरावे, जन नानक कोटन में कोऊ, भजन राम को पावे। करोड़ां दे विच कोई एक अद्धा बंदा हुंदा है जिहड़ा परमात्मा दे भजन दी प्राप्ति करदा है ते अपनी इस तृष्णा नूं बुझा के परमात्मा दे देश तक जांदा है, अपनी मंजिल तक जांदा है। बाकी विचार कल आप जी दे सन्मुख रखांगे। भुल्लां चुक्कां दी क्षमा। आप फेसबुक पेज दास दा कथा सागर फॉलो करो, शेयर कर दिओ, कमेंट करो। सारी कथा जिहड़ी है वो यूट्यूब चैनल कथा सागर ते भी आप जी नूं मिल जाएगी। जिहड़े हुण नहीं सुन सके वो कदी भी सुन सकदे हन। सारे जीव जंतुओं के विचार यूट्यूब चैनल ते भी मिलेगी, आप उसनों भी सबसक्राइब करो। वाहिगुरु जी का खालसा, वाहिगुरु जी की फतेह।